ਅੱਜ ਬਾਈਬਲ ਦੀ ਸੱਚਾਈ ਮਾਤਾ ਪਰਮੇਸ਼ਵਰ ਸਿਰਲੇਖ ਦੇ ਉਪਦੇਸ਼ ਦੇ ਨਾਲ ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਬਾਈਬਲ ਦੇ ਅੰਤ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਪ੍ਰਗਟ ਹੁੰਦੇ ਹਨ ਅਤੇ ਕਹਿੰਦੇ ਹਨ, ਜੋ ਕੋਈ ਪਿਆਸਾ ਹੈ, ਆਓ ਅਤੇ ਜੀਵਨ ਦਾ ਜਲ ਲਓ। ਪਰਮੇਸ਼ਵਰ ਰਸੂਲ ਯੂਹੰਨਾ ਨੂੰ ਦਿੱਤੇ ਗਏ ਪ੍ਰਕਾਸ਼ਨ ਦੁਆਰਾ ਇਸ ਬਾਰੇ ਮਨੁੱਖਜਾਤੀ ਨੂੰ ਪ੍ਰਕਾਸ਼ਵਾਨ ਕਰਦੇ ਹਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਪਰਮੇਸ਼ਵਰ ਨੇ ਸਾਨੂੰ ਮਨੁੱਖੀ ਜੀਵਨ ਦਾ ਉਦੇਸ਼ ਦੱਸਿਆ। ਖੁਸ਼ੀ ਅਤੇ ਆਨੰਦ ਨੂੰ ਲੱਭਣ ਦੀ ਯਾਤਰਾ ਵਿਅਰਥ ਅਤੇ ਦੁਖਦਾਈ ਹੋ ਸਕਦੀ ਹੈ। ਇਹ ਪਿਆਸ ਦੀ ਭਾਵਨਾ ਵੱਲ ਲੈ ਕੇ ਜਾਂਦੀ ਹੈ। ਸਾਰੀ ਮਨੁੱਖ ਜਾਤੀ ਇਸ ਦਾ ਅਨੁਭਵ ਕਰਦੀ ਹੈ। ਬੇਸ਼ੱਕ ਇਹ ਪਿਆਸ ਪਰਮੇਸ਼ਵਰ ਦੇ ਵਚਨ ਨੂੰ ਨਾ ਸੁਣਨ ਤੋਂ ਆਉਂਦੀ ਹੈ। ਇਸ ਲਈ ਪਰਮੇਸ਼ਵਰ ਨੇ ਮਨੁੱਖਜਾਤੀ ਨੂੰ ਕਿਹੜਾ ਹੱਲ ਦਿੱਤਾ? ਕੀ ਇਹ ਆਤਮਾ ਅਤੇ ਲਾੜੀ ਨੂੰ ਲੱਭਣਾ ਨਹੀਂ ਹੈ? ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਆਤਮਾ ਅਤੇ ਲਾੜੀ ਦੋਨੋਂ ਕਹਿੰਦੇ ਹਨ, ਆਓ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਸੀਯੋਨ ਦੀਆਂ ਸਾਰੀਆਂ ਸੰਤਾਨਾਂ ਮਿਲ ਜਾਣਗੀਆਂ ਤਾਂ ਪਰਮੇਸ਼ਵਰ ਸਾਡੇ ਲਈ ਸਦੀਪਕ ਘਰ ਵਾਪਸ ਜਾਣ ਦਾ ਸ਼ਾਨਦਾਰ ਰਾਹ ਖੋਲ੍ਹ ਦੇਣਗੇ। ਅਜਿਹੀ ਉਮੀਦ ਨਾਲ ਸਾਨੂੰ ਇਸ ਸੱਚਾਈ ਵਿੱਚ ਦ੍ਰਿੜ ਰਹਿਣਾ ਚਾਹੀਦਾ ਹੈ। ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ, ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਲੱਭਣਾ ਮਨੁੱਖੀ ਜੀਵਨ ਦਾ ਉਦੇਸ਼ ਹੈ। ਸਾਡੇ ਜੀਵਨ ਕਾਲ ਦੌਰਾਨ ਹਰ ਪ੍ਰਕਾਰ ਦਾ ਕੰਮ ਅਤੇ ਅਣਗਿਣਤ ਜੀਵਨ ਅਨੁਭਵ ਹੁੰਦਾ ਹੈ। ਹਾਲਾਂਕਿ ਜਦੋਂ ਅਸੀਂ ਪਿਤਾ ਅਤੇ ਮਾਤਾ ਨੂੰ ਮਿਲਾਂਗੇ ਤਾਂ ਉਹ ਸਾਡੇ ਉੱਤੇ ਜੀਵਨ ਦਾ ਜਲ ਡੋਲ ਦੇਣਗੇ ਅਤੇ ਸਾਡੀ ਪਿਆਸ ਬੁਝਾਉਣਗੇ। ਭਾਵੇਂ ਅਸੀਂ ਇੱਕ ਮੁਸ਼ਕਿਲ ਜੀਵਨ ਜਿਉਣ ਨਾਲ ਥੱਕ ਗਏ ਹਾਂ ਅਤੇ ਅਣਚਾਹੇ ਤਜਰਬਿਆਂ ਦੁਆਰਾ ਸੰਘਰਸ਼ ਕਰ ਰਹੇ ਹਾਂ, ਆਓ ਅਸੀਂ ਪਰਮੇਸ਼ਵਰ ਦੀ ਕਿਰਪਾ ਵਿੱਚ ਰਹੀਏ ਅਤੇ ਇਸ ਆਸ਼ੀਸ਼ਿਤ ਸਬਤ ਦੇ ਦਿਨ ਆਰਾਮ ਦਾ ਆਨੰਦ ਮਾਣੀਏ। ਹੁਣ ਤੱਕ ਬਹੁਤ ਸਾਰੇ ਚਰਚ ਇਸ ਗੱਲ ਉੱਤੇ ਜ਼ੋਰ ਦਿੰਦੇ ਆਏ ਹਨ ਕਿ ਸਿਰਫ ਪਿਤਾ ਪਰਮੇਸ਼ਵਰ ਹੀ ਮੌਜੂਦ ਹਨ। ਹਾਲਾਂਕਿ ਪਵਿੱਤਰ ਆਤਮਾ ਦੁਆਰਾ ਰਸੂਲ ਨਬੀਆਂ ਦੁਆਰਾ ਲਿਖੀ ਗਈ ਬਾਈਬਲ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਸਪਸ਼ਟ ਗਵਾਹੀ ਦਿੱਤੀ ਗਈ ਹੈ ਨਾ? ਬਾਈਬਲ ਵਿੱਚ ਪਰਮੇਸ਼ਵਰ ਦੀ ਇੱਛਾ ਹੈ। ਇਹ ਪਿਤਾ ਪਰਮੇਸ਼ਵਰ ਦੀ ਇੱਛਾ ਨਹੀਂ ਹੈ ਕਿ ਮਨੁੱਖਜਾਤੀ ਮਾਤਾ ਪਰਮੇਸ਼ਵਰ ਤੋਂ ਅਣਜਾਣ ਰਹੇ। ਸਭ ਤੋਂ ਪਹਿਲਾਂ ਆਓ ਅਸੀਂ ਧਰਤੀ ਦੀ ਆਤਮਿਕ ਸਥਿਤੀ ਬਾਰੇ ਯਸਾਯਾਹ ਅਧਿਆਇ 60 ਵਚਨ 1 ਵਿੱਚ ਦੇਖੀਏ। ਆਓ ਅਸੀਂ ਅਧਿਆਇ 60 ਵਚਨ 1 ਦੇਖੀਏ। ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾਹ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਵੇਖੋ ਤਾਂ ਹਨੇਰਾ ਇੱਥੇ ਧਰਤੀ ਪੂਰੀ ਦੁਨੀਆ ਨੂੰ ਸੰਕੇਤ ਕਰਦੀ ਹੈ। ਧਰਤੀ ਹਨੇਰੇ ਨਾਲ ਢੱਕੀ ਹੋਈ ਹੈ, ਧਰਤੀ ਨੂੰ ਢੱਕ ਲਵੇਗਾ ਅਤੇ ਉਮਤਾਂ ਨੂੰ ਘਟਾਂ। ਧਰਤੀ ਉੱਤੇ ਹਨੇਰਾ ਢੱਕਿਆ ਹੈ, ਇਸ ਲਈ ਅੱਗੇ ਤੋਂ ਪਿੱਛੇ ਜਾਂ ਖੱਬੇ ਤੋਂ ਸੱਜੇ ਨੂੰ ਵੱਖ ਕਰਨਾ ਅਸੰਭਵ ਹੈ। ਇਸ ਤੋਂ ਇਲਾਵਾ ਲੋਕਾਂ ਉੱਤੇ ਸੰਘਣਾ ਹਨੇਰਾ ਹੈ। ਇਹ ਉਹਨਾਂ ਦੀਆਂ ਅੱਖਾਂ, ਕੰਨਾਂ ਅਤੇ ਮਨਾਂ ਨੂੰ ਢੱਕਦਾ ਹੈ। ਇਸ ਹਨੇਰੇ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਵਿੱਤਰ ਆਤਮਾ ਪਰਮੇਸ਼ਵਰ ਦਾ ਆਉਣਾ ਹੈ। ਅਜਿਹਾ ਕਿਉਂ ਹੈ? ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਚਾਨਣ ਹਨ। ਆਓ ਅਸੀਂ ਇੱਕ ਯੂਹੰਨਾ ਅਧਿਆਇ 1 ਵਚਨ 5 ਤੇ 1 ਨਜ਼ਰ ਪਾਈਏ। ਅਧਿਆਇ 1 ਵਚਨ 5 ਵਿੱਚ ਲਿਖਿਆ ਹੈ, ਅਤੇ ਉਹ ਸਮਾਚਾਰ ਜਿਹੜਾ ਅਸਾਂ ਉਹਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਸੁਣਾਉਂਦੇ ਹਾਂ, ਸੋ ਇਹ ਹੈ ਜੋ ਬਾਈਬਲ ਪਰਮੇਸ਼ਵਰ ਬਾਰੇ ਕੀ ਕਹਿੰਦੀ ਹੈ। ਪਰਮੇਸ਼ਵਰ ਚਾਨਣ ਹੈ ਅਤੇ ਹਨੇਰਾ ਉਹਦੇ ਵਿੱਚ ਮੂਲੋਂ ਨਹੀਂ। ਜਦੋਂ ਪਰਮੇਸ਼ਵਰ ਆਉਣਗੇ ਤਦ ਹੀ ਸਭ ਕੁਝ ਪ੍ਰਗਟ ਹੋਵੇਗਾ। ਕੋਈ ਵੀ ਵਿਦਵਾਨ ਜਾਂ ਕੋਈ ਵਿਅਕਤੀ ਜਿਸਨੇ 100 ਵਾਰ ਬਾਈਬਲ ਪੜ੍ਹੀ ਹੈ, ਹਨੇਰੇ ਨੂੰ ਦੂਰ ਨਹੀਂ ਕਰ ਸਕੇਗਾ।
ਇਹ ਕੇਵਲ ਪਰਮੇਸ਼ਵਰ ਹੀ ਕਰ ਸਕਦੇ ਹਨ। ਇਸੇ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਿੱਚ ਲਿਖਿਆ ਹੈ ਕਿ ਸਿਰਫ ਦਾਊਦ ਦੀ ਜੜ, ਜੋ ਦੂਸਰੀ ਵਾਰ ਆਉਣ ਵਾਲੇ ਮਸੀਹ ਹਨ, ਬਾਈਬਲ ਨੂੰ ਖੋਲ ਸਕਦੇ ਹਨ। ਸਿਰਫ ਉਦੋਂ ਹੀ ਸੱਚਾਈ ਸਾਹਮਣੇ ਆ ਸਕਦੀ ਹੈ। ਜਿਨ੍ਹਾਂ ਥਾਵਾਂ ਤੇ ਪਰਮੇਸ਼ਵਰ ਗੈਰ ਮੌਜੂਦ ਹਨ, ਉੱਥੇ ਹਨੇਰਾ ਹੈ। ਸਿਰਫ ਜਦੋਂ ਪਰਮੇਸ਼ਵਰ ਮੌਜੂਦ ਹੁੰਦੇ ਹਨ ਤਾਂ ਉਹ ਚਾਨਣ ਦਾ ਸੰਸਾਰ ਬਣ ਸਕਦਾ ਹੈ। ਪਰਮੇਸ਼ਵਰ ਦੀ ਗੈਰ ਮੌਜੂਦਗੀ ਵਿੱਚ ਚਾਨਣ ਦੀ ਮੌਜੂਦਗੀ ਨਹੀਂ ਹੋ ਸਕਦੀ। ਇਸ ਲਈ ਪਰਮੇਸ਼ਵਰ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਹਾਲਾਂਕਿ ਅੱਜ ਕੱਲ੍ਹ ਚਰਚ ਸਿਰਫ ਪਿਤਾ ਪਰਮੇਸ਼ਵਰ ਨੂੰ ਸਵੀਕਾਰ ਕਰਦੇ ਹਨ। ਇਸ ਦਾ ਕਾਰਨ ਪ੍ਰਕਾਸ਼ ਦੀ ਪੋਥੀ ਅਧਿਆਇ 13 ਵਿੱਚ ਪਾਇਆ ਜਾਂਦਾ ਹੈ। ਸ਼ੈਤਾਨ ਨੇ ਪਸ਼ੂ ਨੂੰ ਆਪਣੀ ਸ਼ਕਤੀ ਅਤੇ ਅਧਿਕਾਰ ਦਿੱਤਾ। ਆਓ ਅਸੀਂ ਸ਼ੈਤਾਨ ਦੇ ਸੁਭਾਅ ਦੀ ਜਾਂਚ ਕਰੀਏ। ਪਰਮੇਸ਼ਵਰ ਨੇ ਸਾਨੂੰ ਉਹ ਸੁਭਾਅ ਦਿਖਾਇਆ ਜੋ ਸ਼ੈਤਾਨ ਕੋਲ ਸ਼ੁਰੂ ਤੋਂ ਹੀ ਹੈ। ਇਹ ਉਤਪਤ ਅਧਿਆਇ 3 ਵਚਨ 15 ਵਿੱਚ ਪਾਇਆ ਜਾਂਦਾ ਹੈ। ਜਦੋਂ ਆਦਮ ਅਤੇ ਹਵਾ ਨੇ ਭਲੇ ਅਤੇ ਬੁਰੇ ਦੇ ਸਿਆਣ ਦੇ ਰੁੱਖ ਤੋਂ ਖਾਧਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਝਿੜਕਿਆ। ਫਿਰ ਉਹਨਾਂ ਨੇ ਸ਼ੈਤਾਨ ਤੋਂ ਪੁੱਛਿਆ, ਤੂੰ ਉਹਨਾਂ ਨੂੰ ਕਿਉਂ ਭਰਮਾਇਆ ਅਤੇ ਉਸ ਨੂੰ ਸਜ਼ਾ ਦਿੱਤੀ। ਉਸ ਸਮੇਂ ਉਹਨਾਂ ਨੇ ਸ਼ੈਤਾਨ ਨੂੰ ਕੀ ਕਿਹਾ? ਪਰਮੇਸ਼ਵਰ ਨੇ ਕਿਹਾ, ਤੇਰੇ ਤੇ ਤੀਵੀ ਵਿੱਚ ਮੈਂ ਵੈਰ ਪਾਵਾਂਗਾ। ਇਸ ਲਈ ਸ਼ੈਤਾਨ ਕਦੇ ਵੀ ਇਸਤਰੀ ਦੀ ਮੌਜੂਦਗੀ ਤੋਂ ਖੁਸ਼ ਨਹੀਂ ਹੁੰਦਾ। ਇਸ ਲਈ ਉਹ ਦਾਅਵਾ ਕਰਦਾ ਹੈ, ਮਾਤਾ ਪਰਮੇਸ਼ਵਰ ਨਹੀਂ ਹੈ ਅਤੇ ਮਾਤਾ ਪਰਮੇਸ਼ਵਰ ਤੋਂ ਇਨਕਾਰ ਕਰਦਾ ਹੈ। ਆਓ ਅਸੀਂ ਉਤਪਤ ਅਧਿਆਇ 3 ਤੇ ਇੱਕ ਨਜ਼ਰ ਪਾਈਏ। ਕਿਉਂਕਿ ਪਰਮੇਸ਼ਵਰ ਚਾਨਣ ਹਨ, ਇਸ ਲਈ ਜਦੋਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਚਾਨਣ ਪ੍ਰਗਟ ਹੁੰਦਾ ਹੈ ਤਾਂ ਸ਼ੈਤਾਨ ਆਪਣੀ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦਾ। ਆਓ ਅਸੀਂ ਉਤਪਤ ਅਧਿਆਇ 3 ਵਚਨ 13 ਉੱਤੇ ਇੱਕ ਨਜ਼ਰ ਪਾਈਏ। ਤਦ ਯਹੋਵਾ ਪਰਮੇਸ਼ਵਰ ਨੇ ਤੀਵੀ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ। ਵਚਨ 14। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ। ਤੂੰ ਆਪਣੇ ਢਿੱਡ ਭਾਰ ਤੁਰੇਗਾ ਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਅਤੇ ਤੇਰੇ ਤੇ ਤੀਵੀ ਵਿੱਚ ਪਰਮੇਸ਼ਵਰ ਕੀ ਪੈਦਾ ਕਰਨਗੇ? ਇਹ ਪਰਮੇਸ਼ਵਰ ਦੀ ਭਵਿੱਖਬਾਣੀ ਹੈ। ਸ਼ੈਤਾਨ ਇਸ ਕਿਸਮਤ ਤੋਂ ਬਚ ਨਹੀਂ ਸਕਦਾ। ਪਰਮੇਸ਼ਵਰ ਨੇ ਕਿਹਾ, ਅਤੇ ਤੇਰੇ ਤੇ ਤੀਵੀ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਇਸ ਲਈ ਸਿਰਫ ਤੀਵੀ ਦੀ ਬਾਕੀ ਸੰਤਾਨ ਹੀ ਸ਼ੈਤਾਨ ਦਾ ਵਿਰੋਧ ਕਰ ਸਕਦੀ ਹੈ। ਅਤੇ ਤੇਰੀ ਸੰਤਾਨ ਤੇ ਤੀਵੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਸ ਦੀ ਸੰਤਾਨ ਕੀ ਕਰੇਗੀ? ਉਹ ਤੇਰੇ ਸਿਰ ਨੂੰ ਫੇਵੇਗਾ। ਸਿਰ ਫੇਣ ਤੇ ਉਹ ਮਰ ਜਾਂਦਾ ਹੈ। ਪਰਮੇਸ਼ਵਰ ਨੇ ਕਿਹਾ, ਇਸਤਰੀ ਦੀ ਸੰਤਾਨ ਤੇਰੇ ਸਿਰ ਨੂੰ ਫੇਹ ਦੇਵੇਗੀ ਅਤੇ ਤੂੰ ਉਹਦੀ ਹੱਡੀ ਨੂੰ ਡੰਗ ਮਾਰੇਗਾ। ਇਸ ਮਹਾਨ ਆਤਮਿਕ ਲੜਾਈ ਵਿੱਚ ਇਸਤਰੀ ਦੀ ਸੰਤਾਨ ਨੂੰ ਵੀ ਥੋੜਾ ਨੁਕਸਾਨ ਹੋਵੇਗਾ। ਇਸ ਮਾਮਲੇ ਨੂੰ ਸਮਝਣ ਲਈ ਸਾਨੂੰ ਨਾ ਸਿਰਫ ਪਿਤਾ ਪਰਮੇਸ਼ਵਰ ਨੂੰ, ਸਗੋਂ ਮਾਤਾ ਪਰਮੇਸ਼ਵਰ ਨੂੰ ਵੀ ਜਾਣਨਾ ਚਾਹੀਦਾ ਹੈ। ਤੀਵੀ ਕਿਸ ਨੂੰ ਦਰਸਾਉਂਦੀ ਹੈ? ਆਓ ਬਾਈਬਲ ਰਾਹੀਂ ਪਤਾ ਕਰੀਏ। ਉਤਪਤ ਅਧਿਆਇ 3 ਵਚਨ 20। ਆਦਮੀ ਨੇ ਆਪਣੀ ਤੀਵੀ ਦਾ ਨਾਮ ਹਵਾ ਰੱਖਿਆ ਇਸ ਲਈ ਕਿ ਉਹ ਸਾਰੇ ਜਿਉਂਦਿਆਂ ਦੀ ਮਾਤਾ ਹੈ। ਹਵਾ ਸਾਰੇ ਜਿਉਂਦਿਆਂ ਦੀ ਮਾਤਾ ਹੋਈ। ਫੁਟਨੋਟ ਅਨੁਸਾਰ ਹਵਾ ਨਾਮ ਦਾ ਕੀ ਅਰਥ ਹੈ? ਇਸ ਦਾ ਅਰਥ ਜੀਵਨ ਹੈ। ਇਸ ਲਈ ਹਵਾ ਜੀਵਨ ਦਾ ਸਰੋਤ ਹੈ। ਜੀਵਨ ਬਾਰੇ ਸੋਚੋ। ਕੇਵਲ ਪਰਮੇਸ਼ਵਰ ਨੂੰ ਜੀਵਨ ਕਿਹਾ ਜਾ ਸਕਦਾ ਹੈ। ਇੱਕ ਨਾਸ਼ ਹੋਣ ਵਾਲੇ ਪ੍ਰਾਣੀ ਨੂੰ ਜੀਵਨ ਨਹੀਂ ਕਿਹਾ ਜਾ ਸਕਦਾ। ਕਿਉਂਕਿ ਤੀਵੀ ਜੀਵਨ ਦਾ ਸਰੋਤ ਹੈ, ਇਸ ਲਈ ਸ਼ੈਤਾਨ ਸਦੀਆਂ ਤੋਂ ਉਸ ਦੇ ਵਿਰੁੱਧ ਆਤਮਿਕ ਯੁੱਧ ਕਰਦਾ ਆ ਰਿਹਾ ਹੈ। ਸ਼ੈਤਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੀਵੀ ਦਾ ਪ੍ਰਗਟ ਹੋਣਾ ਉਸ ਦੀ ਹਾਰ ਨੂੰ ਦਰਸਾਉਂਦਾ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਇਸ ਬਾਰੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਨਤੀਜੇ ਵਜੋਂ ਸ਼ੈਤਾਨ ਲੋਕਾਂ ਨੂੰ ਇਸ ਸੱਚਾਈ ਨੂੰ ਜਾਣਨ ਤੋਂ ਰੋਕਦਾ ਹੈ। ਸ਼ੈਤਾਨ ਮਨੁੱਖ ਜਾਤੀ ਨੂੰ ਇਸ ਧੋਖੇ ਵਿੱਚ ਰੱਖਦਾ ਹੈ ਕਿ ਕੋਈ ਮਾਤਾ ਪਰਮੇਸ਼ਵਰ ਨਹੀਂ ਹੈ। ਹਾਲਾਂਕਿ ਜ਼ਕਰੀਆ ਅਧਿਆਇ 14 ਦੇ ਅਨੁਸਾਰ ਜੀਵਨ ਦਾ ਜਲ ਕਿੱਥੋਂ ਨਿਕਲਦਾ ਹੈ? ਇਹ ਯਰੂਸ਼ਲਮ ਤੋਂ ਨਿਕਲਦਾ ਹੈ। ਫਿਰ ਯਰੂਸ਼ਲਮ ਕੌਣ ਹੈ? ਪਰ ਯਰੂਸ਼ਲਮ ਜੋ ਤਾਂ ਹੈ ਉਹ ਆਜ਼ਾਦ ਹੈ ਅਤੇ ਉਹ ਕੌਣ ਹੈ? ਸਾਡੀ ਮਾਤਾ। ਸ਼ੈਤਾਨ ਮਾਤਾ ਪਰਮੇਸ਼ਵਰ ਦੇ ਪ੍ਰਗਟ ਹੋਣ ਤੋਂ ਸਭ ਤੋਂ ਵੱਧ ਨਫ਼ਰਤ ਕਰਦਾ ਹੈ। ਇਸ ਤਰ੍ਹਾਂ ਉਸਨੇ ਆਤਮਿਕ ਤੌਰ ਤੇ ਧਰਤੀ ਨਾਲ ਕੀ ਕੀਤਾ? ਉਸਨੇ ਇਸ ਨੂੰ ਹਨੇਰੇ ਦੀ ਦੁਨੀਆ ਵਿੱਚ ਬਦਲ ਦਿੱਤਾ, ਜਿਵੇਂ ਕਿ ਯਸਾਯਾਹ ਅਧਿਆਇ 60 ਵਿੱਚ ਲਿਖਿਆ ਗਿਆ ਹੈ। ਕਿਉਂਕਿ ਪੂਰੀ ਧਰਤੀ ਉੱਤੇ ਹਨੇਰਾ ਅਤੇ ਕੌਮਾਂ ਦੇ ਲੋਕਾਂ ਨੂੰ ਸੰਘਣੇ ਹਨੇਰੇ ਨੇ ਢੱਕਿਆ ਹੋਇਆ ਹੈ, ਇਸ ਲਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ, ਜੋ ਚਾਨਣ ਹਨ, ਜ਼ਰੂਰ ਆਉਣਾ ਚਾਹੀਦਾ ਹੈ। ਸਭ ਤੋਂ ਵੱਧ ਸ਼ੈਤਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਦੋਂ ਮਾਤਾ ਪਰਮੇਸ਼ਵਰ ਪ੍ਰਗਟ ਹੋਵੇਗੀ ਤਾਂ ਉਸ ਦਾ ਸਿਰ ਫੇਰ ਦਿੱਤਾ ਜਾਵੇਗਾ। ਦੂਜੇ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਕਿ ਉਸ ਦਾ ਨਾਸ਼ ਨੇੜੇ ਹੈ। ਇਸ ਲਈ ਉਹ ਨਹੀਂ ਚਾਹੁੰਦਾ ਕਿ ਮਾਤਾ ਪਰਮੇਸ਼ਵਰ ਦੀ ਸੱਚਾਈ ਸਾਰੇ ਸੰਸਾਰ ਵਿੱਚ ਫੈਲੇ। ਉਸ ਦੀ ਰੁਕਾਵਟ ਦੇ ਬਾਵਜੂਦ ਸਾਨੂੰ ਕੀ ਕਰਨਾ ਚਾਹੀਦਾ ਹੈ? ਜਿਵੇਂ ਕਿ ਯਸਾਯਾਹ ਅਧਿਆਇ 62 ਵਿੱਚ ਲਿਖਿਆ ਹੈ, ਸਾਨੂੰ ਇਸ ਸੱਚਾਈ ਦੀ ਘੋਸ਼ਣਾ ਉਦੋਂ ਤੱਕ ਕਰਨੀ ਚਾਹੀਦੀ ਹੈ ਜਦੋਂ ਤੱਕ ਯਰੂਸ਼ਲਮ ਨੂੰ ਦੁਨੀਆ ਤੋਂ ਪ੍ਰਸ਼ੰਸਾ ਪ੍ਰਾਪਤ ਨਹੀਂ ਹੋ ਜਾਂਦੀ। ਆਓ ਅਸੀਂ ਯਸਾਯਾਹ ਅਧਿਆਇ 62 ਵਚਨ 6 ਦੇਖੀਏ। ਅਧਿਆਇ 62 ਵਚਨ 6। ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ। ਤੁਸੀਂ ਜਿਹੜੇ ਯਹੋਵਾਹ ਦਾ ਜ਼ਿਕਰ ਕਰਦੇ ਹੋ, ਆਰਾਮ ਨਾ ਕਰੋ ਅਤੇ ਉਹਨੂੰ ਆਰਾਮ ਨਾ ਕਰਨ ਦਿਓ, ਜਦ ਤੀਕ ਉਹ ਪਰਮੇਸ਼ਵਰ ਕਿਸ ਦੀ ਸਥਾਪਨਾ ਕਰਦੇ ਹਨ। ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ। ਗਲਾਤੀਆਂ ਦੀ ਕਿਤਾਬ ਦੇ ਅਨੁਸਾਰ ਯਰੂਸ਼ਲਮ ਕੌਣ ਹੈ? ਇਸ ਲਈ ਪਿਤਾ ਪਰਮੇਸ਼ਵਰ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਪ੍ਰਗਟ ਕਰਦੇ ਹਨ। ਹੱਵਾ ਨੂੰ ਕਿਸਨੇ ਸਥਾਪਿਤ ਕੀਤਾ ਅਤੇ ਉਸ ਦੇ ਨਾਮ ਦੀ ਘੋਸ਼ਣਾ ਕੀਤੀ? ਉਹ ਹੱਵਾ ਦਾ ਪਤੀ ਆਦਮ ਸੀ। ਇਸੇ ਤਰ੍ਹਾਂ ਯਸਾਯਾਹ ਅਧਿਆਇ 62 ਵਿੱਚ ਕਿਹਾ ਗਿਆ ਹੈ, ਅਤੇ ਉਹਨੂੰ ਆਰਾਮ ਨਾ ਕਰਨ ਦਿਓ, ਜਦ ਤੀਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ। ਸਵਰਗੀ ਸੰਤਾਨਾਂ ਨੂੰ ਇਸ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ। ਸਾਡੇ ਯਤਨਾਂ ਅਤੇ ਸਖਤ ਮਿਹਨਤ ਦੇ ਕਾਰਨ ਸ਼ੈਤਾਨ ਆਪਣੀ ਆਤਮਿਕ ਸ਼ਕਤੀ ਗੁਆ ਰਿਹਾ ਹੈ। ਕੀ ਇਹੀ ਕਾਰਨ ਨਹੀਂ ਹੈ ਕਿ ਵੱਧ ਤੋਂ ਵੱਧ ਲੋਕ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਸਹੀ ਸਮਝ ਰੱਖਦੇ ਹਨ ਅਤੇ ਸੱਚਾਈ ਦੇ ਚਾਨਣ ਵੱਲ ਮੁੜਦੇ ਹਨ? ਜਦੋਂ ਹਨੇਰਾ ਹੁੰਦਾ ਹੈ ਤਾਂ ਉਹ ਕੁਝ ਵੀ ਨਹੀਂ ਪਹਿਚਾਣ ਸਕਦੇ। ਇਸ ਤਰ੍ਹਾਂ ਭਾਵੇਂ ਅਸੀਂ ਉਹਨਾਂ ਨੂੰ ਆਤਮਾ ਅਤੇ ਲਾੜੀ ਕੋਲ ਆਉਣ ਲਈ ਕਹਿੰਦੇ ਹਾਂ, ਪਰ ਉਹ ਨਹੀਂ ਆਉਂਦੇ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਦੇਖੀਏ। ਅਧਿਆਇ 22 ਵਚਨ 17। ਵਚਨ 17 ਵਿੱਚ ਇਹ ਲਿਖਿਆ ਹੈ, ਆਤਮਾ ਅਤੇ ਲਾੜੀ ਆਖਦੀ ਹੈ, ਕੀ ਤ੍ਰਿਏਕ ਦੇ ਅਨੁਸਾਰ ਆਤਮਾ ਪਿਤਾ ਪਰਮੇਸ਼ਵਰ ਨਹੀਂ ਹੈ? ਫਿਰ ਪਿਤਾ ਪਰਮੇਸ਼ਵਰ ਦੀ ਲਾੜੀ ਕੌਣ ਹੈ? ਇੱਥੇ ਮਾਤਾ ਪਰਮੇਸ਼ਵਰ ਅਤੇ ਪਿਤਾ ਪਰਮੇਸ਼ਵਰ ਮਨੁੱਖ ਜਾਤੀ ਨਾਲ ਗੱਲ ਕਰ ਰਹੇ ਹਨ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਜੇ ਅਸੀਂ ਸਵਰਗ ਦੇ ਰਾਜ, ਮੁਕਤੀ, ਸੱਚਾਈ ਅਤੇ ਪਾਪਾਂ ਦੀ ਮਾਫੀ ਦੀ ਆਸ ਰੱਖਦੇ ਹਾਂ ਤਾਂ ਸਾਨੂੰ ਕਿਸ ਕੋਲ ਆਉਣਾ ਚਾਹੀਦਾ ਹੈ? ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਅਰਥਾਤ ਆਤਮਾ ਅਤੇ ਲਾੜੀ ਕੋਲ ਆਉਣਾ ਚਾਹੀਦਾ ਹੈ। ਮਨੁੱਖ ਜਾਤੀ ਨੂੰ ਇਹੀ ਕਰਨਾ ਚਾਹੀਦਾ ਹੈ। ਬਾਈਬਲ ਵਿੱਚ ਅਧਿਐਨ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ, ਜਿਵੇਂ ਕਿ ਪਰਬ ਅਤੇ ਵੱਖ-ਵੱਖ ਭਵਿੱਖਬਾਣੀਆਂ। ਹਾਲਾਂਕਿ ਉਹਨਾਂ ਦਾ ਅਧਿਐਨ ਕਰਨ ਦਾ ਕੀ ਮਕਸਦ ਹੈ? ਮੰਨ ਲਓ ਕਿ ਕੋਈ ਸਬਤ ਦੇ ਦਿਨ ਅਤੇ ਪਸਾਹ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ, ਪਰ ਅੰਤ ਵਿੱਚ ਪਿਤਾ ਅਤੇ ਮਾਤਾ ਨੂੰ ਲੱਭਣ ਵਿੱਚ ਅਸਫਲ ਰਹਿੰਦਾ ਹੈ।
어머니를 찾지 못했다라고 한다면 그 과정은 ਤਾਂ ਉਹ ਸਾਰਾ ਗਿਆਨ ਅਰਥਹੀਨ ਹੋ ਜਾਂਦਾ ਹੈ। ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ। ਕੇਵਲ ਤਦ ਪਰਮੇਸ਼ਵਰ ਸਾਨੂੰ ਸਦੀਪਕ ਜੀਵਨ ਦੇਣਗੇ। 우리에게 허락하실 것이고 ਜਦੋਂ ਸਾਡੇ ਕੋਲ ਸਦੀਪਕ ਜੀਵਨ ਹੋਵੇਗਾ ਤਾਂ ਅਸੀਂ ਪਾਪ ਅਤੇ ਸ਼ੈਤਾਨ ਦੀ ਸ਼ਕਤੀ ਤੋਂ ਮੁਕਤ ਹੋ ਜਾਵਾਂਗੇ। 속박에서 ਕੀ ਇਹ ਸੱਚ ਨਹੀਂ ਹੈ? 온전히 다 자유를 얻을 수 있는 것 아니겠습니까? ਇਸ ਲਈ ਸਾਡੀ ਇੱਕੋ ਇੱਕ ਆਸ ਮਾਤਾ ਹੈ। 희망은 어머니이십니다. ਇਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹੈ। ਬਦਕਿਸਮਤੀ ਨਾਲ ਮਨੁੱਖ ਜਾਤੀ ਇਹ ਨਹੀਂ ਜਾਣਦੀ। ਕਿਸ ਨੇ ਉਹਨਾਂ ਦੀਆਂ ਅੱਖਾਂ ਬੰਦ ਕੀਤੀਆਂ ਹਨ? 함께 나왔기 때문입니까? ਸ਼ੈਤਾਨ ਨੇ ਧਰਤੀ ਨੂੰ ਸੰਘਣੇ ਹਨੇਰੇ ਨਾਲ ਢੱਕਿਆ ਅਤੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਜਾਤੀ ਦਾ ਬ੍ਰੇਨ ਵਾਸ਼ ਕੀਤਾ। 인류에게 세뇌를 시켜놨습니다. ਨਤੀਜੇ ਵਜੋਂ ਭਾਵੇਂ ਇਹ ਬਾਈਬਲ ਵਿੱਚ ਦਰਜ ਹੈ, ਪਰ ਉਹ ਇਸ ਤਰ੍ਹਾਂ ਬੋਲਦੇ ਹਨ ਜਿਵੇਂ ਮਾਤਾ ਪਰਮੇਸ਼ਵਰ ਨਹੀਂ ਹੈ, ਹੈ ਨਾ? 얘기하고 있지 않습니까? ਆਓ ਅਸੀਂ ਉਤਪਤ ਅਧਿਆਇ 1 ਵਚਨ 26 ਦੇਖੀਏ। 확인해 봅시다. ਉਤਪਤ ਅਧਿਆਇ 1 ਵਚਨ 26। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ, 자, 우리의 ਕਿਉਂਕਿ 형상을 ਪਰਮੇਸ਼ਵਰ ਨੇ ਆਪਣੇ ਸਰੂਪ ਬਾਰੇ ਦਾ ਜ਼ਿਕਰ ਕੀਤਾ ਹੈ, ਇਸ ਲਈ ਆਤਮਿਕ ਦੁਨੀਆ ਵਿੱਚ ਪਰਮੇਸ਼ਵਰ ਦਾ ਇੱਕ ਖਾਸ ਸਰੂਪ ਹੋਣਾ ਚਾਹੀਦਾ ਹੈ। ਕੀ ਇਹ ਸੱਚ ਨਹੀਂ ਹੈ? 갖추고 있는 ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਪਰਮੇਸ਼ਵਰ ਕੀ ਬਣਾ ਰਹੇ ਹਨ? 모양대로 ਆਦਮੀ ਨੂੰ ਆਪਣੇ ਸਰੂਪ ਉੱਤੇ ਯਾਰ ਜੋ ਸਾਡੇ ਕੋਲ ਆਤਮਿਕ ਦੁਨੀਆ ਵਿੱਚ ਹੈ ਆਪਣੇ ਵਰਗਾ ਬਣਾਈਏ। ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀਪੁਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। 온 땅과 땅에 기는 모든 ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। 자기의 형상 ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। 사람을 창조하시고 ਉਹਨਾਂ ਨੇ ਕੀ ਬਣਾਇਆ? ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। 남자의 형상도 창조하시고 ਫਿਰ ਨਰ ਨੂੰ ਕਿਸ ਦੇ ਸਰੂਪ ਵਿੱਚ ਬਣਾਇਆ ਗਿਆ ਸੀ? 본따 만든 것입니까? 또 ਨਾਲ ਹੀ ਨਾਰੀ ਨੂੰ ਕਿਸ ਦੇ ਸਰੂਪ ਵਿੱਚ ਬਣਾਇਆ ਗਿਆ ਸੀ? 형상을 본떠서 만든 것이죠. ਪਰਮੇਸ਼ਵਰ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ। 만든 것이라고 했습니다. ਨਤੀਜਾ ਕੀ ਸੀ? ਨਰ ਅਤੇ ਨਾਰੀ ਬਣਾਏ ਗਏ। ਇਸ ਤਰ੍ਹਾਂ ਨਰ ਅਤੇ ਨਾਰੀ ਪਰਮੇਸ਼ਵਰ ਦੇ ਸਰੂਪ ਦੀ ਨਕਲ ਹਨ। 그대로 만든 존재라는 것입니다. ਨਰ ਸਰੂਪ ਪਰਮੇਸ਼ਵਰ ਦੇ ਪੁਰਸ਼ ਸਰੂਪ ਨੂੰ ਪ੍ਰਤੀਬਿੰਬਤ ਕਰਕੇ ਬਣਾਇਆ ਗਿਆ ਸੀ, 하나님의 모습을 그대로 본떠서 ਜਦਕਿ ਨਾਰੀ ਸਰੂਪ ਪਰਮੇਸ਼ਵਰ ਦੇ ਇਸਤਰੀ ਸਰੂਪ ਨੂੰ ਪ੍ਰਤੀਬਿੰਬਤ ਕਰਕੇ ਬਣਾਇਆ ਗਿਆ ਸੀ। 하나님의 형상을 그대로 본떠서 만든 존재가 되는 것입니다. ਮਨੁੱਖ ਜਾਤੀ ਦੀ ਰਚਨਾ ਕਰਦੇ ਸਮੇਂ ਪਰਮੇਸ਼ਵਰ ਨੇ ਕੀ ਕਿਹਾ? ਕੀ ਉਹਨਾਂ ਨੇ ਕਿਹਾ, ਮੈਂ ਆਦਮੀ ਨੂੰ ਬਣਾਵਾਂਗਾ? ਪਰਮੇਸ਼ਵਰ ਨੇ ਕਿਹਾ, ਅਸੀਂ ਆਦਮੀ ਨੂੰ ਬਣਾਈਏ। 그렇다면 우리라는 하나님 ਫਿਰ ਇਸ ਦਾ ਕੀ ਅਰਥ ਹੈ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਅਸੀਂ ਕਿਹਾ? 어머니 하나님이 ਕੀ ਅਸੀਂ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕਰ ਸਕਦੇ? ਕੀ ਸਾਰੇ ਈਸਾਈ ਪਰਮੇਸ਼ਵਰ ਨੂੰ, ਜਿਨ੍ਹਾਂ ਕੋਲ ਪੁਰਸ਼ ਸਰੂਪ ਹੈ, ਪਿਤਾ ਪਰਮੇਸ਼ਵਰ ਨਹੀਂ ਕਹਿੰਦੇ? ਫਿਰ ਇਸਤਰੀ ਸਰੂਪ ਵਾਲਾ ਵਿਅਕਤੀ ਕੌਣ ਹੈ ਜਿਸ ਨੇ ਮਨੁੱਖ ਜਾਤੀ ਨੂੰ ਜੀਵਨ ਦਿੱਤਾ? 여성성을 지니신 하나님은 누굽니까? ਬੇਸ਼ੱਕ ਇਹ ਮਾਤਾ ਪਰਮੇਸ਼ਵਰ ਹੈ। ਬਾਈਬਲ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਲੋਕਾਂ ਦੁਆਰਾ ਲਿਖੀ ਗਈ ਹੈ। 하나님께 받아서 그대로 기록한 것입니다. ਲੋਕ ਕਹਿੰਦੇ ਹਨ ਕਿ ਉਤਪਤ, ਕੂਜ, ਲੇਵੀਆਨ, ਗਿਣਤੀ ਅਤੇ ਵਿਵਸਥਾ ਸਾਰ ਮੂਸਾ ਦੁਆਰਾ ਲਿਖੇ ਗਏ ਸੀ। 이렇게 하는데 저자가 모세가 아니고 ਪਰ ਸੱਚਾ ਲੇਖਕ ਕੌਣ ਹੈ? ਉਹ ਪਰਮੇਸ਼ਵਰ ਹਨ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਪਰਮੇਸ਼ਵਰ ਨੇ ਸੰਦੇਸ਼ ਦਿੱਤੇ ਅਤੇ ਮੂਸਾ ਨੇ ਉਹਨਾਂ ਨੂੰ ਲਿਖਿਆ। ਇਸ ਲਈ ਇਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਇੱਛਾ ਹੈ। ਨਾਲ ਹੀ ਇਹ ਉਤਪਤ ਅਧਿਆਇ 3 ਵਚਨ 15 ਵਿੱਚ ਲਿਖਿਆ ਹੈ, ਅਤੇ ਤੇਰੇ ਤੇ ਤੀਵੀ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। ਮੂਸਾ ਨੂੰ ਇਹ ਰਿਕਾਰਡ ਕਰਨ ਲਈ ਕਿਸਨੇ ਕਿਹਾ? ਉਹ ਕੋਈ ਹੋਰ ਨਹੀਂ ਬਲਕਿ ਪਰਮੇਸ਼ਵਰ ਹਨ। ਜਿਵੇਂ ਕਿ ਉਤਪਤ ਅਧਿਆਇ 1 ਵਿੱਚ ਦੇਖਿਆ ਗਿਆ ਹੈ, ਮਨੁੱਖ ਜਾਤੀ ਦੇ ਬਣਨ ਤੋਂ ਪਹਿਲਾਂ ਸਵਰਗ ਵਿੱਚ ਕੌਣ ਸੀ? ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਥੇ ਸੀ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਆਤਮਿਕ ਦੁਨੀਆ ਵਿੱਚ ਬਣਾਏ ਗਏ ਸੀ। ਜਦੋਂ ਇਸਤਰੀ ਪ੍ਰਗਟ ਹੋਵੇਗੀ ਤਾਂ ਸ਼ੈਤਾਨ ਦਾ ਕੀ ਹੋਵੇਗਾ? ਉਸ ਪਲ ਤੋਂ ਉਸ ਦਾ ਸਿਰ ਫੇਰ ਦਿੱਤਾ ਜਾਵੇਗਾ। ਇਸ ਲਈ ਉਹ ਕਹਿੰਦਾ ਹੈ, ਮਾਤਾ ਪਰਮੇਸ਼ਵਰ ਨਹੀਂ ਹੈ।
ਕਿਉਂਕਿ ਉਸਨੇ ਮਨੁੱਖ ਜਾਤੀ ਦਾ ਬ੍ਰੇਨਵਾਸ਼ ਕੀਤਾ ਕਿ ਮਾਤਾ ਪਰਮੇਸ਼ਵਰ ਨਹੀਂ ਹੈ ਜੋ ਚਾਨਣ ਹੈ, ਇਸ ਲਈ ਬਾਈਬਲ ਇਸ ਸਥਿਤੀ ਦੀ ਤੁਲਨਾ ਹਨੇਰੇ ਨਾਲ ਕਰਦੀ ਹੈ। ਫਿਰ ਕਿਸ ਨੂੰ ਪ੍ਰਗਟ ਹੋਣਾ ਚਾਹੀਦਾ ਹੈ? 1 ਯੂਹੰਨਾ ਅਧਿਆਇ 1 ਵਿੱਚ ਲਿਖਿਆ ਹੈ, ਪਰਮੇਸ਼ਵਰ ਚਾਨਣ ਹੈ, ਇਸ ਲਈ ਪਰਮੇਸ਼ਵਰ ਨੂੰ ਪ੍ਰਗਟ ਹੋਣਾ ਚਾਹੀਦਾ ਹੈ। ਆਓ ਅਸੀਂ ਹੋਰ ਜ਼ਿਆਦਾ ਵਿਸਥਾਰ ਨਾਲ ਦੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਦੇ ਅਨੁਸਾਰ ਆਤਮਾ ਅਤੇ ਲਾੜੀ ਨੂੰ ਜ਼ਰੂਰ ਪ੍ਰਗਟ ਹੋਣਾ ਚਾਹੀਦਾ ਹੈ। ਜਦੋਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਪ੍ਰਗਟ ਹੁੰਦੇ ਹਨ ਅਤੇ ਮਨੁੱਖ ਜਾਤੀ ਪੂਰੇ ਵਿਸ਼ਵਾਸ ਨਾਲ ਉਹਨਾਂ ਕੋਲ ਆਉਂਦੀ ਹੈ, ਸਿਰਫ ਉਦੋਂ ਉਹ ਸਦੀਪਕ ਸ਼ਾਂਤੀ, ਸਦੀਪਕ ਜੀਵਨ, ਪਾਪਾਂ ਦੀ ਮਾਫੀ ਅਤੇ ਸਵਰਗ ਦੀ ਸੱਚੀ ਆਸ ਪ੍ਰਾਪਤ ਕਰ ਸਕਦੇ ਹਨ। ਕੀ ਇਹ ਸੱਚ ਨਹੀਂ ਹੈ? ਮਨੁੱਖ ਜਾਤੀ ਨੂੰ ਮਾਤਾ ਪਰਮੇਸ਼ਵਰ ਦੀ ਲੋੜ ਹੈ। ਸ਼ੈਤਾਨ ਨੂੰ ਹਰਾਉਣ ਲਈ ਮਾਤਾ ਪਰਮੇਸ਼ਵਰ ਦਾ ਕੰਮ ਹੋਣਾ ਚਾਹੀਦਾ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 12 ਦੇਖੀਏ। ਅਧਿਆਇ 12 ਵਚਨ 9 ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਪੁਰਾਣਾ ਸੱਪ ਇੱਕ ਵੱਡਾ ਅਜਗਰ ਬਣ ਗਿਆ ਹੈ ਅਤੇ ਹੁਣ ਉਹ ਆਤਮਾ ਨੂੰ ਧੋਖਾ ਦੇਣ ਲਈ ਉਹਨਾਂ ਨੂੰ ਹਨੇਰੇ ਦੀ ਦੁਨੀਆ ਵੱਲ ਲੈ ਜਾਂਦਾ ਹੈ। ਜਦੋਂ ਚਾਨਣ ਪ੍ਰਗਟ ਹੁੰਦਾ ਹੈ ਤਾਂ ਉਸ ਦੀ ਮੌਜੂਦਗੀ ਉਜਾਗਰ ਹੁੰਦੀ ਹੈ। ਇਸ ਤਰ੍ਹਾਂ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ। ਸਾਰੇ ਲੋਕੋ, ਕੀ ਤੁਸੀਂ ਜਾਣਦੇ ਹੋ ਕਿ ਅਪਰਾਧ ਦਰ ਨੂੰ ਕਿਵੇਂ ਘੱਟ ਕਰ ਸਕਦੇ ਹਾਂ? ਸਾਨੂੰ ਹਨੇਰੀਆਂ ਸੜਕਾਂ ਨੂੰ ਖਤਮ ਕਰਨ ਦੀ ਲੋੜ ਹੈ। ਲੋਕਾਂ ਦਾ ਕਹਿਣਾ ਹੈ ਕਿ ਸਟਰੀਟ ਲੈਂਪ ਅਤੇ CCTV ਲਗਾਉਣ ਨਾਲ ਅਪਰਾਧ ਦਰ ਘੱਟ ਹੁੰਦੀ ਹੈ। ਉਹਨਾਂ ਥਾਵਾਂ ਤੇ ਜਿੱਥੇ ਰੌਸ਼ਨੀ ਹੁੰਦੀ ਹੈ, ਅਪਰਾਧ ਦਰ ਘੱਟ ਹੁੰਦਾ ਹੈ, ਪਰ ਉਹਨਾਂ ਥਾਵਾਂ ਬਾਰੇ ਕੀ ਜਿੱਥੇ ਰੌਸ਼ਨੀ ਨਹੀਂ ਹੁੰਦੀ? ਹਰ ਤਰ੍ਹਾਂ ਦੇ ਅਪਰਾਧ ਹੋ ਸਕਦੇ ਹਨ। ਆਓ ਅਸੀਂ ਵਚਨ 17 ਵੇਖੀਏ। ਅਤੇ ਅਜਗਰ ਨੂੰ ਇਸਤਰੀ ਉੱਤੇ ਕਰੋਧ ਆਇਆ ਅਤੇ ਉਹਦੇ ਵੰਸ਼ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਣਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ, ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ। ਅਜਗਰ ਦੀ ਕਿਸਮਤ ਕਿਸ ਤਰ੍ਹਾਂ ਦੀ ਹੋਵੇਗੀ? ਉਸ ਦਾ ਸਿਰ ਫੇਰ ਦਿੱਤਾ ਜਾਵੇਗਾ। ਹਾਲਾਂਕਿ ਦੂਜੇ ਚਰਚਾਂ ਦੀ ਤੁਲਨਾ ਵਿੱਚ ਇਸਤਰੀ ਦੀਆਂ ਸੰਤਾਨਾਂ ਵਿੱਚ ਵੱਖਰੀਆਂ ਵਿਸ਼ੇਸ਼ਤਾਵਾਂ ਹਨ। ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਉਹ ਇਮਾਨਦਾਰੀ ਨਾਲ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ। ਭਾਵੇਂ ਅੱਜ ਦੇ ਦਿਨ ਦੁਨੀਆ ਲਈ ਇੱਕ ਆਮ ਦਿਨ ਹੈ, ਪਰ ਕੀ ਇਹ ਸਾਡੇ ਲਈ ਪਵਿੱਤਰ ਸਬਤ ਦਾ ਦਿਨ ਨਹੀਂ ਹੈ? ਇਹ ਉਹ ਦਿਨ ਹੈ ਜੋ ਸਿਰਜਣਹਾਰ ਦੀ ਸ਼ਕਤੀ ਦੀ ਯਾਦ ਕਰਾਉਂਦਾ ਹੈ। ਇਸ ਸਬਤ ਦੇ ਦਿਨ ਅਸੀਂ ਆਪਣਾ ਧੰਨਵਾਦ, ਵਡਿਆਈ ਅਤੇ ਮਹਿਮਾ ਪੇਸ਼ ਕਰਨ ਲਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕੋਲ ਆਏ ਹਾਂ। ਪਿਤਾ ਅਤੇ ਮਾਤਾ ਦੇ ਅੰਦਰ ਨਿਵਾਸ ਕਰਕੇ ਅਸੀਂ ਅਸਲ ਵਿੱਚ ਕਿੰਨੇ ਧਨ ਹਾਂ। ਆਤਮਿਕ ਦੁਨੀਆ ਵਿੱਚ ਅਜਿਹੇ ਲੋਕ ਹਨ ਜੋ ਸ਼ੈਤਾਨ ਦਾ ਪਾਲਣ ਕਰਦੇ ਹਨ ਅਤੇ ਅਜਿਹੇ ਲੋਕ ਹਨ ਜੋ ਪਰਮੇਸ਼ਵਰ ਦਾ ਪਾਲਣਾ ਕਰਦੇ ਹਨ। ਆਖਰਕਾਰ ਪਰਮੇਸ਼ਵਰ ਨੇ ਉਹਨਾਂ ਦੀ ਕਿਸਮਤ ਦੀ ਘੋਸ਼ਣਾ ਕੀਤੀ ਹੈ। ਸ਼ੈਤਾਨ ਦੇ ਸਿਰ ਉੱਤੇ ਇੱਕ ਘਾਤਕ ਜ਼ਖਮ ਲੱਗੇਗਾ, ਜਦਕਿ ਇਸਤਰੀ ਦੀ ਸੰਤਾਨ ਦੀ ਸਿਰਫ ਹੱਡੀ ਵਿੱਚ ਸੱਟ ਲੱਗੇਗੀ। ਇਸ ਲਈ ਕਿਉਂਕਿ ਇਸਤਰੀ ਪ੍ਰਗਟ ਹੋਈ ਹੈ, ਸ਼ੈਤਾਨ ਗੁੱਸਾ ਹੋ ਗਿਆ ਹੈ। ਉਹਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਸ਼ੈਤਾਨ ਦੁਨੀਆ ਨੂੰ ਕਾਬੂ ਕਰ ਸਕਦਾ ਸੀ, ਪਰ ਹੁਣ ਉਹ ਨਹੀਂ ਕਰ ਸਕਦਾ। ਅਜਿਹਾ ਕਿਉਂ ਹੈ? ਅਸੀਂ ਸਭ ਕੁਝ ਜਾਣਦੇ ਹਾਂ। ਪਿਤਾ ਅਤੇ ਮਾਤਾ ਦੀਆਂ ਸਿੱਖਿਆਵਾਂ ਦੁਆਰਾ ਅਸੀਂ ਜਾਣਦੇ ਹਾਂ ਕਿ ਕਿਵੇਂ ਉਸਨੇ ਸੱਚਾਈ ਨੂੰ ਬਦਲ ਦਿੱਤਾ। ਇਸ ਨਾਲ ਸ਼ੈਤਾਨ ਗੁੱਸੇ ਹੋ ਜਾਂਦਾ ਹੈ। ਉਸਨੇ ਲੋਕਾਂ ਤੋਂ ਸੱਚਾਈ ਲੁਕਾਈ ਸੀ, ਪਰ ਹੁਣ ਪਰਮੇਸ਼ਵਰ ਸਭ ਕੁਝ ਪ੍ਰਗਟ ਕਰਦੇ ਹਨ। ਲੋਕਾਂ ਨਾਲ ਵੀ ਅਜਿਹਾ ਹੀ ਹੈ। ਜਿਨ੍ਹਾਂ ਲੋਕਾਂ ਨੇ ਪਾਪ ਕੀਤਾ ਹੈ, ਉਹ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਕੋਈ ਕਹਿੰਦਾ ਹੈ, ਤੁਸੀਂ ਇਸ ਤਰ੍ਹਾਂ ਦਾ ਪਾਪ ਕੀਤਾ ਹੈ, ਭਾਵੇਂ ਉਹ ਪਾਪ ਦੇ ਦੋਸ਼ੀ ਹੋਣ। ਇਸੇ ਤਰ੍ਹਾਂ ਸ਼ੈਤਾਨ ਵੀ ਹੁਣ ਬਹੁਤ ਗੁੱਸੇ ਵਿੱਚ ਹੈ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਇਸਤਰੀ ਪ੍ਰਗਟ ਹੋਈ ਹੈ। ਅਫਰੀਕਾ ਵਿੱਚ ਅਸੀਂ ਘੋਸ਼ਣਾ ਕਰਦੇ ਹਾਂ, ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰੋ। ਏਸ਼ੀਆ ਵਿੱਚ ਅਸੀਂ ਘੋਸ਼ਣਾ ਕਰਦੇ ਹਾਂ, ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰੋ।
ਯੂਰਪ ਵਿੱਚ ਵੀ ਅਸੀਂ ਘੋਸ਼ਣਾ ਕਰਦੇ ਹਾਂ, ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰੋ। ਸਾਰੀ ਦੁਨੀਆ ਚੀਕ ਰਹੀ ਹੈ। ਯਸਾਯਾਹ ਦੇ 62 ਅਧਿਆਇ ਵਿੱਚ ਲਿਖਿਆ ਹੈ, ਹੇ ਯਰੂਸ਼ਲਮ ਦੀਆਂ ਕੰਧਾਂ ਦੇ ਪਹਿਰੇਦਾਰੋ, ਚੁੱਪ ਨਾ ਰਹੋ, ਦਿਨ ਰਾਤ ਚੀਕਦੇ ਰਹੋ। ਜਦੋਂ ਅਸੀਂ ਇਸ ਤਰ੍ਹਾਂ ਚੀਕਦੇ ਹਾਂ ਤਾਂ ਸ਼ੈਤਾਨ ਦੁਖੀ ਹੋ ਜਾਂਦਾ ਹੈ। 사단이 ਜਦੋਂ ਅਸੀਂ ਇਸ ਦੀ ਤੁਲਨਾ ਮਨੁੱਖੀ ਸਰੀਰ ਨਾਲ ਕਰਦੇ ਹਾਂ ਤਾਂ ਇਹ ਸਿਰ ਦਰਦ ਵਰਗਾ ਹੈ। ਇੱਕ ਛੋਟੇ ਜਿਹੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਇੱਥੋਂ ਅਤੇ ਉੱਥੋਂ ਆਉਂਦਾ ਹੈ, ਕਿਉਂਕਿ ਪੂਰੀ ਦੁਨੀਆ ਇਸ ਸ਼ਬਦ ਤੋਂ ਪੂਰਨ ਹੈ, ਇਸ ਲਈ ਇਹ ਨਾ ਸਹਿਣਯੋਗ ਹੋ ਜਾਂਦਾ ਹੈ। 분노해서 ਇਸ ਤਰ੍ਹਾਂ ਗੁੱਸੇ ਵਿੱਚ ਸ਼ੈਤਾਨ ਤੀਵੀ ਦੀਆਂ ਸੰਤਾਨਾਂ ਦੇ ਵਿਰੁੱਧ ਯੁੱਧ ਕਰਦਾ ਹੈ, ਜੋ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਅਤੇ ਯਿਸੂ ਦੀ ਗਵਾਹੀ ਦੇਣ ਤੇ ਦ੍ਰਿੜ ਹਨ। ਸ਼ੈਤਾਨ ਦੇ ਦੁਸ਼ਮਣ ਧਰਮੀ ਹਨ ਜੋ ਪਰਮੇਸ਼ਵਰ ਨਾਲ ਖੜੇ ਹਨ। 의의 무리들입니다. ਸ਼ੈਤਾਨ ਉਹਨਾਂ ਦੇ ਵਿਰੁੱਧ ਯੁੱਧ ਛੇੜਦਾ ਹੈ। 하려고 하니까 말이죠. ਇਹ ਇਸ ਲਈ ਹੈ ਕਿਉਂਕਿ ਉਹ ਸ਼ੈਤਾਨ ਦੀ ਇੱਛਾ ਨਾਲ ਮੇਲ ਨਹੀਂ ਖਾਂਦੇ। 하려고 하는 거. ਉਹਨਾਂ ਦੀ ਇੱਕ ਵੱਖਰੀ ਵਿਸ਼ੇਸ਼ਤਾ ਹੈ, ਉਹ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ। 시키고 있습니다. ਉਹ ਸਬਤ ਦਾ ਦਿਨ ਅਤੇ ਪਸਾਹ ਮਨਾਉਂਦੇ ਹਨ। 더 열심히 지키고 ਉਹ ਔੜਨੀ ਲੈਂਦੇ ਹਨ ਕਿਉਂਕਿ ਇਹ ਪਰਮੇਸ਼ਵਰ ਦਾ ਹੁਕਮ ਹੈ। 꼭 세야 되고 말이죠. ਇਹ ਲੋਕ ਜੋ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ, ਇਸਤਰੀ ਦੀ ਸੰਤਾਨ ਹਨ, ਅਰਥਾਤ ਮਾਤਾ ਪਰਮੇਸ਼ਵਰ ਦੀ ਸੰਤਾਨ ਹਨ। ਇਸ ਸਬਤ ਦੇ ਦਿਨ ਦੁਆਰਾ ਜਦੋਂ ਅਸੀਂ ਸਿਰਜਣਹਾਰ ਦੀ ਸ਼ਕਤੀ ਨੂੰ ਯਾਦ ਕਰਦੇ ਹਾਂ, ਆਓ ਅਸੀਂ ਸਵਰਗੀ ਯਰੂਸ਼ਲਮ ਮਾਤਾ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੀਏ ਜੋ ਮਨੁੱਖਜਾਤੀ ਨੂੰ ਜੀਵਨ ਦਾ ਜਲ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਨੂੰ ਸਵਰਗ ਦੇ ਰਾਜ ਵੱਲ ਲੈ ਜਾਂਦੀ ਹੈ। 온 세상 만방에 더 힘써 알릴 수 있는 여러분과 제가 꼭 되어야 되겠습니다. ਆਓ ਅਸੀਂ ਪੂਰੀ ਦੁਨੀਆ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਸੱਚਾਈ ਦਾ ਚਾਨਣ ਚਮਕਾਈਏ ਤਾਂ ਜੋ ਅਸੀਂ ਸਾਰੇ ਲੋਕਾਂ ਨੂੰ ਸਵਰਗ ਵਿੱਚ ਲੈ ਜਾ ਸਕੀਏ, ਜਿੱਥੇ ਖੁਸ਼ੀ ਹੈ। 천국으로 만인을 다 인도할 줄 아는 여러분과 제가 꼭 되도록 합시다. ਸਾਨੂੰ ਮਾਮੂਲੀ ਦਰਦ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਵੇਂ ਅਸੀਂ ਆਪਣੀ ਹੱਡੀ ਤੇ ਸੱਟ ਲੱਗਣ ਦੇ ਦਰਦ ਦਾ ਅਨੁਭਵ ਕਰੀਏ, ਪਰ ਪਰਮੇਸ਼ਵਰ ਨੇ ਸਾਡੇ ਨਾਲ ਸਵਰਗ ਦੀ ਸਦੀਪਕ ਖੁਸ਼ੀ ਦਾ ਵਾਅਦਾ ਕੀਤਾ ਹੈ, ਜਿੱਥੇ ਅਸੀਂ ਹਮੇਸ਼ਾ ਲਈ ਰਾਜ ਕਰਾਂਗੇ। ਆਓ ਅਸੀਂ ਵਿਸ਼ਵਾਸ ਕਰੀਏ ਕਿ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ। ਇਹ ਆਸ ਕਰਦੇ ਹੋਏ ਕਿ ਸਾਡੇ ਸਾਰੇ ਸਵਰਗੀ ਪਰਿਵਾਰ ਮੈਂਬਰ ਸਵਰਗੀ ਪਿਤਾ ਤੇ ਸਵਰਗੀ ਮਾਤਾ ਦੀਆਂ ਸਿੱਖਿਆਵਾਂ ਦਾ ਕਿਰਪਾਪੂਰਨ ਪਾਲਣ ਕਰਨਗੇ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।